Good morning, students. Now we start with the next type of respiration in frog, that is called as a buccopharyngeal respiration. So buccopharyngeal respiration ਜਿਹੜੀ ਬੇਟਾ ਹੁੰਦੀ ਹੈ, ਜੇ ਆਪਾਂ ਉਸ ਦੀ ਗੱਲ ਕਰੀਏ ਤਾਂ buccopharyngeal respiration ਜਿਹੜੀ ਹੈ ਮਤਲਬ ਕੀ ਹੈ? That is, it is ਜਿਹੜੀ ਇਹ ਆਪਾਂ ਸ਼ੋ ਕਰ ਰਹੇ ਹਾਂ, that is this lining, that was lining of a buccal cavity. ਠੀਕ ਹੈ, ਸੋ ਜਿਹੜੀ ਲਾਈਨਿੰਗ ਹੈ ਬੱਕਲ ਕੈਵਿਟੀ ਦੀ, ਇਹ ਜਿਹੜੀ ਰੀਜਨ ਹੈ, ਸੋ ਵਿਚ ਇਜ਼ ਇੰਡੀਕੇਟਿੰਗ ਐਜ਼ ਅ ਬਲੂ ਰੀਜਨ, ਇਹ ਸਾਰੀ ਐਕਟ ਕਰੇਗੀ ਰੈਸਪੀਰੇਟਰੀ ਔਰਗਨ। ਸੋ ਕਿਉਂਕਿ ਇਹਦੀ ਰੈਸਪੀਰੇਟਰੀ ਸਰਫੇਸ ਵਿੱਚ ਆਪਾਂ ਜਿਹੜੀ ਗੱਲ ਕੀਤੀ ਸੀ, ਇਟ ਸ਼ੁੱਡ ਬੀ ਰਿਮੇਨ ਮੋਇਸਟ। ਸੋ ਇਹ ਅੰਦਰ ਮਿਊਕਸ ਗਲੈਂਡ ਜਿਹੜੀਆਂ ਹੋਣ ਕਰਕੇ ਇਹ ਮੋਇਸਟ ਰਹਿੰਦਾ ਹੈ। ਸੋ ਦੈਨ ਅਨਦਰ ਥਿੰਗ ਇਜ਼ ਇਹਨੂੰ ਬਲੱਡ ਸਪਲਾਈ ਵੀ ਬਹੁਤ ਜ਼ਿਆਦਾ ਹੁੰਦੀ, ਦੈਟ ਇਜ਼ ਵੈਸਕੂਲਰ ਸਪਲਾਈ ਇਜ਼ ਦੇਅਰ। ਥਰਡ ਥਿੰਗ, ਇਟ ਇਜ਼ ਵੈਰੀ ਪਰਮੀਏਬਲ ਐਂਡ ਇਨ ਕੰਟੈਕਟ ਵਿਦ ਦ ਐਟਮੋਸਫੀਅਰ। ਸੋ ਇਹ ਸਾਰੇ ਕਰੈਕਟਰਿਸਟਿਕ ਜਿਹੜੇ ਹੈ ਇੱਕ ਔਰਗਨ ਦੇ ਹੋਣ ਕਰਕੇ, ਜਿਹੜੀ ਰੈਸਪੀਰੇਟਰੀ ਔਰਗਨ ਹੈ ਉਹ ਪੂਰੇ ਕਰਦਾ, ਅਤੇ ਇਸ ਕਰਕੇ ਇਸ ਦੇ ਵਿੱਚ ਇਹ ਬੱਕੋਫਰੈਂਜੀਅਲ ਕੈਵਿਟੀ ਜਿਹੜੀ ਰੈਸਪੀਰੇਸ਼ਨ ਹੈ ਇਹ ਇੰਪੋਰਟੈਂਟ ਹੈ। ਈਵਨ ਆਪਾਂ ਇਹ ਕਹਿ ਸਕਦੇ ਬੱਕੋਫਰੈਂਜੀਅਲ ਰੈਸਪੀਰੇਸ਼ਨ ਸਪਲੀਮੈਂਟਰੀ ਹੈ ਦਾ ਕੁਟੇਨੀਅਸ ਰੈਸਪੀਰੇਸ਼ਨ ਵੈਨ ਦ ਫਰੋਗ ਇਜ਼ ਔਨ ਲੈਂਡ ਔਰ ਫਲੋਟ ਇਨ ਵਾਟਰ with their snout exposed out of water। ਠੀਕ ਹੈ, ਦੈਟ ਮੀਨਸ ਇਹ ਇੱਕ ਤਰ੍ਹਾਂ ਦਾ ਕੁਟੀਨੀਅਸ ਰੈਸਪੀਰੇਸ਼ਨ ਦਾ ਸਬਸਟੀਚਿਊਟ ਵੀ ਜਦੋਂ ਉਹ ਪ੍ਰੋਪਰਲੀ ਵਰਕ ਨਹੀਂ ਕਰਦੀ ਨਾ। ਆਪਾਂ ਹੁਣ ਕਰਦੇ ਹਾਂ ਕਿ ਜਦੋਂ ਇਹ ਰੈਸਪੀਰੇਸ਼ਨ ਹੁੰਦੀ ਸਾਨੂੰ ਚਾਹੀਦਾ ਕੀ ਹੈ। ਸੋ ਉਸਦੇ ਵਿੱਚ ਕੀ ਹੈ ਕਿ ਔਰਗਨ ਹੈ ਅਤੇ ਟਰੈਕ ਹੈ। ਔਰਗਨ ਤਾਂ ਆਪਾਂ ਕਹਿ ਰਹੇ ਹਾਂ ਕਿ ਬੱਕੋ ਫਰੈਂਜੀਅਲ ਕੈਵਿਟੀ ਦੇ ਅਕੋਰਡਿੰਗਲੀ ਅਸੀਂ ਇਹ ਔਰਗਨ ਦਾ ਨੇਮਿੰਗ ਇਹ ਕਰਤੀ ਕਿ ਸਾਡੇ ਕੋਲ ਕੀ ਹੈ, ਬੱਕੋ ਫਰੈਂਜੀਅਲ ਕੈਵਿਟੀ। ਐਂਡ ਦੈਨ ਰੈਸਪੀਰੇਟਰੀ ਟਰੈਕ ਦੇ ਵਿੱਚ ਸਾਡੇ ਕੋਲ ਕੀ ਆਉਂਦਾ, ਐਕਸਟਰਨਲ ਨੇਰੀਜ਼, ਨੇਜ਼ਲ ਚੈਂਬਰ। ਠੀਕ ਹੈ, ਨੇਜ਼ਲ ਚੈਂਬਰ ਜਿਹੜਾ ਹੈ ਸਮੋਲ ਸਾਈਜ਼ਡ ਐਂਡ ਇਨਕਲੋਜ਼ਡ ਅ ਨੇਜ਼ਲ ਕੈਪਸੂਲ ਆਫ ਦਾ ਸਕਲ। ਇੰਟਰਨਲ ਨੇਰੀਜ਼ ਜਿਹੜੀ ਆਪਾਂ ਹੁਣ ਫਿਗਰ 'ਚ ਵੀ ਆਪਾਂ ਕਰਦੇ ਹਾਂ। ਐਂਡ ਦੈਨ ਦੇਰ ਇਜ਼ ਅ ਬੱਕੋਫਰੈਂਜੀਅਲ ਕੈਵਿਟੀ ਜਿਹੜੀ ਕਿ ਥਰੋਟ ਦੇ ਵਿੱਚ ਡੋਰਸੋ ਵੈਂਟਰਲੀ ਬੌਂਡਡ ਜਿਹੜੀ ਹੈ, ਉੱਪਰਲੀ ਸਾਈਡ 'ਤੇ ਸਕਲ ਅਤੇ ਥੱਲੇ ਪਾਸੇ ਥਰੋਟ ਨਾਲ ਹੈ। ਹੁਣ ਇਹ ਜਦੋਂ ਆਪਾਂ ਇਸ ਦੀ ਗੱਲ ਕਰਦੇ ਹਾਂ ਤਾਂ ਦੈਨ ਸਾਡੇ ਕੋਲ ਇਹ ਆਉਂਦਾ ਕਿ ਮੈਕੈਨਿਜ਼ਮ ਜਿਹੜਾ ਹੈ ਇਸਦਾ ਕਿਸ ਤਰੀਕੇ ਦੇ ਨਾਲ ਹੈ। ਸੋ ਮੈਕੈਨਿਜ਼ਮ ਦੇ ਅਕੋਰਡਿੰਗਲੀ ਸਾਡੇ ਕੋਲ ਕੀ ਹੈ, ਦੋ ਮਸਲਸ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ। ਸੋ ਵਨ ਇਜ਼ ਕਾਲਡ ਐਜ਼ ਅ ਸਟਰਨੋਹਾਈਲਾਈਨ ਮਸਲ ਐਂਡ ਸੈਕਿੰਡ ਸਟਰਨੋਹਾਈਲ ਮਸਲ, ਅਨਦਰ ਇਜ਼ ਕਾਲਡ ਐਜ਼ ਅ ਪਿਟਰੋਹਾਈਲ। ਸੋ ਇਹ ਮਸਲਸ ਕਿਹੜੇ ਨੇ, ਕਿੱਥੇ ਪ੍ਰੈਜ਼ੈਂਟ ਨੇ, ਨਾਓ ਦੇਖੋ। ਸੋ ਹੁਣ ਫਿਗਰਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ, ਦ ਮਸਲ ਵਿਚ ਇਜ਼ ਸਟਾਰਟਿਡ ਫਰੋਮ ਦਾ ਲੋਅਰ ਸਾਈਡ of throat and touch to the upper surface of this region। ਦੇਖੋ, ਸੋ ਇੱਕ ਆ ਮਸਲ ਤੁਹਾਨੂੰ ਕਲੀਅਰ ਕੱਟ ਦਿਖ ਰਿਹਾ ਹੈ, ਦਿਸ ਮਸਲ ਦੈਟ ਇਜ਼ ਕਾਲਡ ਐਜ਼ ਜਿਹੜੇ ਕਿ ਥਰੋਟ ਦੀ ਲੋਅਰ ਸਾਈਡਸ ਤੋਂ ਲੈ ਕੇ ਉੱਪਰਲੀ ਸਾਈਡ, ਦੈਟ ਇਜ਼ ਕਾਲਡ ਪੈਟਰੋਹਾਈਲ। ਐਂਡ ਦੂਸਰਾ ਕੀ ਹੈ, ਲੋਅਰ ਜੌਜ਼ ਦੇ ਹੇਠਲੇ ਪਾਸੇ ਤੋਂ ਲੈ ਕੇ ਇੱਥੇ ਰਨ ਕਰ ਰਿਹਾ ਦੇਖੋ। ਐਂਡ ਦੈਟ ਮਸਲ ਦੇਖੋ ਧਿਆਨ ਨਾਲ, ਦੈਟ ਮਸਲ ਆਰ ਕਾਲਡ, ਦੇਖੋ ਦੁਬਾਰਾ ਆਪਾਂ ਦੇਖਦੇ ਹਾਂ ਆਹ ਜਿਹੜੇ ਮਸਲਸ ਨੇ, ਦੀਜ਼ ਮਸਲਸ ਅਸੀਂ ਇਹਨੂੰ ਕੀ ਨਾਮ ਦਿੰਦੇ ਹਾਂ, ਸਟਰਨੋਹਾਈਲ ਮਸਲਸ। ਇਹ ਜਿਹੜੇ ਦੋਨੋਂ ਮਸਲਸ ਨੇ ਇਹਨਾਂ ਨੇ ਕੀ ਕਰਨਾ ਹੈ, ਆਪਾਂ ਇਸ ਨੂੰ ਕੀ ਕਹਿੰਦੇ ਹਾਂ ਕਿ ਦੇ ਆਰ ਹੈਲਪ, ਬੋਥ ਦਾ ਮਸਲਸ ਆਰ ਹੈਲਪ ਇਨ ਸਾਡੇ ਕੋਲ ਕੀ ਹੈਲਪ ਕਰਦੇ ਨੇ ਮੈਕੈਨਿਜ਼ਮ ਆਫ ਰੈਸਪੀਰੇਸ਼ਨ ਨੂੰ। ਠੀਕ ਹੈ, ਹੁਣ ਇਹਨਾਂ ਦੋਨਾਂ ਮਸਲਸ ਦੇ ਵਿੱਚ ਕੀ ਹੈ, ਦੇਖੋ ਜਦੋਂ ਦੋ ਫੇਜ਼ਿਸ ਅਸੀਂ ਡਿਵਾਈਡ ਕਰਦੇ ਹਾਂ ਰੈਸਪੀਰੇਸ਼ਨ ਨੂੰ ਵੀ, one is called as inspiration and second is called expiration। ਇੰਸਪੀਰੇਸ਼ਨ ਜਦੋਂ ਹੁੰਦੀ ਬੇਟਾ ਉਦੋਂ ਜਿਹੜੀ ਕੰਟਰੈਕਸ਼ਨ ਆਫ ਦਾ ਸਟਰਨੋਹਾਈਲ ਮਸਲ, ਜਦੋਂ ਸਟਰਨੋਹਾਈਲ ਮਸਲ ਨੇ ਕੰਟਰੈਕਟ ਕਰਨਾ ਤਾਂ ਇੰਸਪੀਰੇਸ਼ਨ ਹੋਣੀ ਹੈ, ਅਤੇ ਜਦੋਂ ਕੰਟਰੈਕਸ਼ਨ ਆਫ ਦਾ ਪੈਟਰੋਹਾਈਲ ਮਸਲ ਨੇ ਅਤੇ ਉਦੋਂ ਐਕਸਪੀਰੇਸ਼ਨ ਹੋਣੀ ਹੈ। ਠੀਕ ਹੈ, ਸੋ ਉਸਦੇ ਅਕੋਰਡਿੰਗਲੀ ਲਾਓ ਆਪਾਂ ਇਹ ਫਿਗਰ ਦੇਖੋ। ਸੋ ਇਸ ਦੇ ਅਕੋਰਡਿੰਗ ਜਿਹੜੀ ਆਪਾਂ ਗੱਲ ਗਈ ਸੀ ਕਿ ਲਾਈਕ ਮੈਂ ਇੱਥੇ ਦੁਬਾਰਾ ਫਿਰ ਉਸਨੂੰ ਮਸਲਸ ਇੱਥੇ ਨਹੀਂ ਆਪਾਂ ਸ਼ੋ ਕੀਤੇ, ਵੈਨ ਦੇਅਰ ਇਜ਼ ਅ ਇੰਸਪੀਰੇਸ਼ਨ। ਹੁਣ ਇੰਸਪੀਰੇਸ਼ਨ ਨਾਲ ਹੀ ਕਰਨਾ ਕਿ ਆਹ ਮਸਲਸ ਜਿਹੜੇ ਇੱਥੇ ਸੀਗੇ ਜਿਸ ਨੂੰ ਅਸੀਂ ਕਰ ਰਹੇ ਹਾਂ, ਇੰਸਪੀਰੇਸ਼ਨ ਨਾਲ ਕੀ ਹੈ, ਉਹ ਕੀ ਮਸਲ ਕੰਟਰੈਕਟ ਕਰਦੇ ਤਾਂ ਇਹ ਜਿਹੜੀ ਕੈਵਿਟੀ ਹੈ ਇਹ ਕੀ ਹੈ, ਲੋਅਰਿੰਗ ਹੋ ਜਾਂਦੀ, ਮੀਨਸ ਥੱਲੇ ਨੂੰ ਆ ਜਾਂਦੀ ਹੈ ਤੁਸੀਂ, ਅਤੇ ਜਿਸ ਨਾਲ ਕੀ ਹੈ ਇਹਦੇ ਵਿੱਚ ਕੀ ਹੈ ਪ੍ਰੋਪਰਲੀ ਆਪਾਂ ਕਹਿ ਸਕਦੇ ਹਾਂ ਕਿ ਦੇਅਰ ਇਜ਼ ਐਕਟਿਵ ਪ੍ਰੋਸੈਸ ਹੈ ਇਨਵੋਲਵ ਦਾ ਫਰੈਸ਼ ਏਅਰ ਟੂ ਐਂਟਰ ਇਨ। ਹੁਣ ਉਸ ਨਾਲ ਕੀ ਇੱਥੇ ਲੋਅਰ ਔਸਮੋਟਿਕ ਪ੍ਰੈਸ਼ਰ ਜਨਰੇਟ ਹੋ ਜਾਂਦਾ ਹੈ, ਦੈਟ ਮੀਨਸ
ਥਰੋਟ ਜਿਹੜੀ ਇਨਕਰੀਜ਼ ਵੋਲਿਊਮ ਆਫ ਬਕਲ ਫਲੂਇਡ। ਇਸ ਨਾਲ ਕੀ ਹੁੰਦਾ, ਜਿਹੜੀ ਏਅਰ ਹੈ ਬਾਹਰ ਆਸਮੋਟਿਕ ਪ੍ਰੈਸ਼ਰ ਜ਼ਿਆਦਾ ਹੈ, ਠੀਕ ਹੈ, ਇਨਕਰੀਜ਼ ਹੈ ਇੱਥੇ, ਅਤੇ ਅੰਦਰ ਕੀ ਘੱਟ ਹੈ। ਦੈਨ ਫਰੋਮ ਐਕਸਟਰਨਲ ਨੇਜ਼ਲ ਚੈਂਬਰ, ਇੰਟਰਨਲ ਨੇਜ਼ ਜਿਹੜੀ ਹੈ ਉਹ ਸਾਰੀ ਇੱਥੇ ਆ ਜਾਂਦੀ ਹੈ। ਐਂਡ ਐਟ ਦੈਟ ਟਾਈਮ ਦੇਅਰ ਵਿਲ ਬੀ ਸਿੰਪਲੀ ਮਾਊਥ ਜਿਹੜਾ ਹੈ ਉਹ ਕਲੋਜ਼ ਰਹਿੰਦਾ ਹੈ, ਠੀਕ ਹੈ। ਉਸ ਨਾਲ ਕੀ ਹੈ ਨਾ, ਇਹ ਕੰਟਰੈਕਸ਼ਨ ਦੇ ਨਾਲ ਲੋਅਰ ਥਰੋਟ ਹੋ ਗਈ। ਹੁਣ ਦੈਨ ਸੈਕਿੰਡਲੀ ਜਿਹੜੀ ਕੈਟਾਗਰੀ ਹੈ, ਤਾਂ ਬਲੱਡ ਦੇ ਨਾਲ ਇੱਥੇ ਕੀ ਐਕਸਚੇਂਜ ਆਫ ਗੈਸਿਸ, ਬਲੱਡ ਦੇ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੈ, ਦੈਟ ਮੀਨਸ ਐਂਡ ਆਕਸੀਜਨ ਜਿਹੜੀ ਹੈ ਉਹ ਬਕਲ ਕਰ ਜੀ। ਸੋ ਸਿੰਪਲੀ ਡਿਫਿਊਜ਼ਨ ਮੈਕੈਨਿਜ਼ਮ ਨਾਲ ਕਾਰਬਨ ਡਾਈਆਕਸਾਈਡ ਇੱਧਰ ਆ ਜਾਏਗੀ ਐਂਡ ਆਕਸੀਜਨ ਜਿਹੜੀ ਹੈ ਉਹ ਬਲੱਡ 'ਚ ਆ ਜਾਏਗੀ, ਜਿੱਥੇ ਆ ਕੇ ਉਹਨੇ ਆਪਣਾ ਪਰਮੀਏਬਿਲਿਟੀ ਦੇ ਅਕੋਰਡਿੰਗਲੀ। ਹੁਣ ਇਸ ਦੇ ਅੰਦਰ ਆਪਣੀ ਬਕਲ ਕੈਵਿਟੀ ਦੇ ਅੰਦਰ ਕੀ ਹੈ, ਕਾਰਬਨ ਡਾਈਆਕਸਾਈਡ ਦੀ ਅਕਮੂਲੇਸ਼ਨ ਹੋ ਗਈ। ਜਦੋਂ ਕਾਰਬਨ ਡਾਈਆਕਸਾਈਡ ਦੀ ਅਕਮੂਲੇਸ਼ਨ ਹੋ ਗਈ ਤਾਂ ਆਪਾਂ ਕੀ ਹੈ, ਦੈਨ ਦੇਅਰ ਵਿਲ ਬੀ ਵਾਟ ਹੈਪਨ। ਆਪਾਂ ਨੈਕਸਟ ਫਿਗਰ ਜਿਹੜੀ ਹੈ ਧਿਆਨ ਨਾਲ ਦੇਖਦੇ ਹਾਂ। ਨੈਕਸਟ ਫਿਗਰ ਦੇ ਅਕੋਰਡਿੰਗਲੀ ਕੀ ਹੈ, ਨਾਓ ਦਾ ਵਰਕਿੰਗ ਆਫ ਦਾ ਨੈਕਸਟ ਟਾਈਪ ਆਫ ਮਸਲ, ਜਿਹੜੀ ਆਪਾਂ ਆਲਰੇਡੀ ਕਿਹਾ ਸੀ, ਦੈਟ ਮਸਲਸ ਉਹ ਕੀ ਹੈ, ਇਸ ਹਾਇਰਡ ਅਪਰੇਟਸ ਜਾਂ ਲੋਅਰ ਸਾਈਡ ਤੋਂ ਲੈ ਕੇ ਇੱਥੇ ਤੱਕ ਜਾ ਰਹੇ ਸੀ, ਠੀਕ ਹੈ ਨਾ। ਸੋ ਦੈਟ ਇਜ਼ ਮਸਲ ਇਜ਼ ਲਾਈਕ ਦਿਸ, ਇੱਥੋਂ ਦੀ। ਹੁਣ ਜਦੋਂ ਇਹ ਮਸਲਸ ਕੰਟਰੈਕਟ ਕਰਨਗੇ, ਦੈਨ ਅਲਟੀਮੇਟ ਜਿਹੜੀ ਬਕਲ ਫਰਿੰਜਲ ਕੈਵਿਟੀ ਬਹੁਤ ਜ਼ਿਆਦਾ ਸੀਗੀ, ਵੱਡੀ ਸੀ, ਉਹ ਕੀ ਉੱਪਰ ਨੂੰ ਖਿੱਚੀ ਜਾਏਗੀ, ਜਿਸ ਨਾਲ ਕਿ ਕੈਵਿਟੀ ਕੀ ਹੈ, ਰਿਡਿਊਜ਼ ਹੋ ਜਾਏਗੀ। ਰਿਡਿਊਜ਼ ਹੋਣ ਦੇ ਨਾਲ ਮਾਊਥ ਆਲਰੇਡੀ ਕਲੋਜ਼ ਹੈ, ਦੈਨ ਵਾਟ ਵਿਲ ਬੀ ਹੈਪਨ, ਤਾਂ ਜਿਹੜੀ ਅੰਦਰ ਆਕਸੀਜਨ ਹੈ, ਸੌਰੀ ਕਾਰਬਨ ਡਾਈਆਕਸਾਈਡ ਹੈ, ਉਹਨੇ ਕੀ ਹੈ, ਨਿਕਲਣਾ ਬਾਹਰ। ਕਿੱਥੋਂ ਨਿਕਲੇਗੀ, ਦੈਨ ਫਿਰ ਇੰਟਰਨਲ ਨੇਰੀਜ਼, ਨੇਜ਼ਲ ਚੈਂਬਰ, ਐਂਡ ਦੈਨ ਦੇਰ ਵਿਲ ਬੀ ਆਊਟਸਾਈਡ ਫਰੋਮ ਐਕਸਟਰਨਲ ਨੇਰੀਜ਼। ਸੋ ਇਹ ਸਾਰਾ ਮੈਕੈਨਿਜ਼ਮ ਜਿਹੜਾ ਹੈ ਉਹ ਇਸ ਤਰੀਕੇ ਨਾਲ ਹੁੰਦਾ। ਐਂਡ ਦੇਰ ਵਿਲ ਬੀ ਅਗੇਨ ਆਪਾਂ ਦੇਖ ਲੈਂਦੇ ਹਾਂ। ਸੋ ਇਹ ਮੈਕੈਨਿਜ਼ਮ ਹੈ। ਸੋ ਦੈਟ ਮੀਨਸ ਆ ਜਦੋਂ ਮਸਲਸ ਕੰਟਰੈਕਟ ਕੀਤੇ, ਲੋਅਰ ਸਾਈਡ ਵਾਲੇ ਮਸਲਸ ਜਿਹਨੂੰ ਆਪਾਂ ਕਿਹਾ ਸਟਰਨੋਹਾਈਲ ਮਸਲਸ, ਉਸ ਨਾਲ ਕੀ ਹੈ, ਦੈਟ ਮਸਲਸ ਦੇ ਨਾਲ ਦੇਰ ਵਿਲ ਬੀ ਲੋਅਰਿੰਗ ਆਫ ਦਾ ਥਰੋਟ, ਠੀਕ ਹੈ, ਇਸ ਮਸਲ ਦੇ ਨਾਲ। ਅਤੇ ਜਦੋਂ ਇਹ ਕੰਟਰੈਕਟ ਕਰਦੇ ਆ, ਦੈਟ ਇਜ਼ ਸਟਰਨੋਹਾਈਲ ਪੈਟਰੋਹਾਈਲ ਮਸਲਸ, ਉਹਨਾਂ ਨੇ ਕੀ ਹੈ, ਦੇਰ ਵਿਲ ਬੀ ਰਿਡਿਊਸਡ ਦਾ ਕੈਵਿਟੀ ਐਂਡ ਦੇਰ ਵਿਲ ਬੀ ਰੇਜ਼ਡ ਦਾ ਬਕਲ ਕੈਵਿਟੀ। ਇਹਦੇ ਨਾਲ ਰੇਜ਼ਿੰਗ ਹੋਣੀ ਹੈ, ਇਹਨਾਂ ਨਾਲ ਲੋਅਰਿੰਗ ਹੋਣੀ। ਲੋਅਰਿੰਗ ਦੇ ਨਾਲ ਸਪੇਸ ਇਨਕਰੀਜ਼ ਹੋਣੀ ਹੈ, ਅਤੇ ਰੇਜ਼ਿੰਗ ਆਫ ਦਾ ਥਰੋਟ ਜਿਹੜੀ ਹੈ ਉਹਦੇ ਨਾਲ ਕੀ ਹੈ, ਕੈਵਿਟੀ ਦੀ ਸਾਈਜ਼ ਘਟਣਾ ਹੈ ਅਤੇ ਕਾਰਬਨ ਡਾਈਆਕਸਾਈਡ ਰਿਮੂਵ ਹੋਣੀ ਹੈ। ਸੋ ਇਹ ਸੀਗਾ ਆਲ ਅਬਾਊਟ ਦਾ respiration through buccopharyngeal cavity or called as the buccopharyngeal respiration। ਸੋ ਮੈਂ ਆਲਰੇਡੀ ਗੱਲ ਕਰ ਚੁੱਕੀ ਹਾਂ ਇਸ ਦੇ ਬਾਰੇ ਕਿ ਦੈਟ ਵਾਜ਼ ਅ ਕਿਊਟੇਨੀਅਸ ਰੈਸਪੀਰੇਸ਼ਨ ਦੀ ਇਹ ਸਬਸਟੀਟਿਊਟ ਹੁੰਦਾ ਜਦੋਂ ਕਿ ਐਨੀਮਲ ਜਿਹੜਾ ਉਹ ਫਲੋਟ ਕਰ ਰਿਹਾ ਵਾਟਰ ਦੇ ਵਿੱਚ, ਜਿਹੜੀ ਸਨਾਊਟ ਬਾਹਰ ਐਕਸਪੋਜ਼ ਕਰਕੇ। ਸੋ ਨੈਕਸਟ ਆਪਾਂ ਸ਼ੁਰੂ ਕਰਾਂਗੇ ਪਲਮਰੀ ਰੈਸਪੀਰੇਸ਼ਨ।